ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। कहाँ बुध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप लियो तुम कथा सुधारी। कर हर करम श्रवण हर कथा, हर दरगह नानक उजल मथा। सतनाम श्री वाहिगुरु साहिब जी। पौड़ी आपे करना कीओ, कल आपे ही तै धारीऐ। देखै कीता अपना, धार कच्ची पक्की सारी है। जो आया सो चलसी, सब कोई आई वारी है। जिसके जी प्राण है, क्यों साहिब मनो विसारी है। आपन हाथी अपना, आपे ही काज सवारी है। आपन हथी अपना, आपे ही काज सवारी है। वाहिगुरु जी का खालसा, वाहिगुरु जी की फतेह। परम सत्कारयोग गुरु रूप गुरु खालसा सत संगत जीओ। इस पावन अस्थान ते गुरबाणी की जो लड़ीवार कथा चल रही है, तिसके तहत आसा की वार की 20वीं पौड़ी का पाठ आप जी ने इस समय सरवण किया है। ये पावन अमृत बचन श्री गुरु ग्रंथ साहिब महाराज जी के पावन अंग 474 अंग ते सुभाएमान हैं। इन्हां पावन अमृत वचनां दे विच गुरु पातशाह जी जो सानू उपदेश बख्शिश कर रहे हैं, पौड़ी दे शब्द दे विच जो महाराज जी ने विच गोज गल आखी है, श्लोकां दे विच उहनूं विस्तार नाल बयान कीता है। 2 श्लोक इस पौड़ी दे नाल जो आए वो कथा आप जी ने सरवण कीती है। पहला श्लोक नानक फिक्कै बोलिया, तन मन फिक्का होए। ते दूसरा श्लोक अंदरों झूठे पैज बाहर दुनिया अंदर फैल। पातशाह जी कहते ये जो सारा संसार है, जो कुछ भी परमात्मा ने ये पसारा पसारिया है, ये सारा कुछ उसने आप ही किया है। ते सारे पसारे विच उन्हें अपनी सत्ता रखी है। भावें कोई गुरमुख है, मनमुख है, चंगा है, माड़ा है, पशु पंछी, किसी भी सुभाव का कोई जीव है, कण कण दे विच उन्हें अपनी कला रखी है, अपनी शक्ति वरताई है।
ਭਾਵ ਕਿ ਸੰਸਾਰ ਦੇ ਅੰਦਰ ਖਾਸ ਕਰਕੇ ਮਨੁੱਖ ਇਹ ਗੱਲ ਨਹੀਂ ਕਹਿ ਸਕਦਾ ਕਿ ਪ੍ਰਮਾਤਮਾ ਤੂੰ ਮੇਰੇ ਨਾਲ ਫਰਕ ਰੱਖਿਆ ਹੈ। ਗੁਰਮੁਖ ਨੂੰ ਵੀ ਸਰੀਰ ਉਸੇ ਤਰ੍ਹਾਂ ਦਾ ਦਿੱਤਾ ਹੈ ਤੇ ਜਿਹੜਾ ਮਨਮੁਖ ਬਿਰਤੀ ਦਾ ਬੰਦਾ ਹੈ ਉਸ ਨੂੰ ਵੀ ਸਰੀਰ ਉਸੇ ਤਰ੍ਹਾਂ ਦਾ ਦਿੱਤਾ ਹੈ। ਰੱਬ ਨੇ ਕੋਈ ਫਰਕ ਨਹੀਂ ਰੱਖਿਆ। ਪਾਤਸ਼ਾਹ ਜੀ ਕਹਿੰਦੇ ਜਿਹੜੇ ਉਸ ਵਾਹਿਗੁਰੂ ਪਰਮਾਤਮਾ ਦੀ ਇਸ ਕਲਾ ਨੂੰ ਸਮਝ ਜਾਂਦੇ ਨੇ ਉਹ ਜੀਵਨ ਦੀ ਬਾਜੀ ਜਿੱਤ ਜਾਂਦੇ ਨੇ। ਜਿਵੇਂ ਚੌਪੜ ਦੇ ਖੇਲ ਵਿੱਚ ਨਾਰਦਾਂ ਸੁੱਟੀਆਂ ਜਾਂਦੀਆਂ ਨੇ, ਖੇਡ ਖੇਡੀ ਜਾਂਦੀ ਹੈ ਤੇ ਕਈ ਨਾਰਦਾਂ ਪੁੱਗ ਜਾਂਦੀਆਂ ਨੇ, ਕਈ ਨਾਰਦਾਂ ਵਿੱਚ ਮਾਰੀਆਂ ਜਾਂਦੀਆਂ ਨੇ। ਇਸੇ ਤਰ੍ਹਾਂ ਇਹ ਸੰਸਾਰ ਦੇ ਅੰਦਰ ਹੈ। ਇਹ ਸਾਡਾ ਜੀਵਨ ਇੱਕ ਖੇਡ ਦੀ ਤਰ੍ਹਾਂ ਹੈ ਜੋ ਵਾਹਿਗੁਰੂ ਵੱਲੋਂ ਇਹ ਸਾਰਾ ਖੇਡ ਕੀਤਾ ਗਿਆ ਹੈ। ਫਰਕ ਕੋਈ ਨਹੀਂ ਰੱਖਿਆ, ਪਰ ਮਨਮੁਖ ਜੀਵ ਆਪਣੀ ਬਿਰਤੀ ਕਰਕੇ, ਆਪਣੇ ਸੁਭਾਅ ਕਰਕੇ ਦੁੱਖ ਪਾਉਂਦਾ ਹੈ, ਫਿਰ ਦੋਸ਼ ਵਾਹਿਗੁਰੂ ਨੂੰ ਦਿੰਦਾ ਹੈ। ਤੇ ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਵੇਖ ਤੂੰ ਆਪਣਾ ਜੀਵਨ ਬਦਲ, ਕਿਉਂਕਿ ਜਿਸ ਤਰ੍ਹਾਂ ਦਾ ਤੇਰਾ ਸੁਭਾਅ ਹੈ ਉਸੇ ਤਰ੍ਹਾਂ ਦਾ ਤੇਰਾ ਜੀਵਨ ਹੋਵੇਗਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਫਿੱਕਾ ਬੋਲੇਗਾ, ਮਾੜਾ ਸੁਭਾਅ ਰੱਖੇਗਾ, ਜੀਵਨ ਉਸ ਤਰ੍ਹਾਂ ਦਾ ਹੋ ਜਾਵੇਗਾ। ਵਾਹਿਗੁਰੂ ਨੂੰ ਜੋ ਮਿਲਣਾ ਹੈ, ਜਿਸ ਨੇ ਸਾਰਾ ਪਸਾਰਾ ਪਸਾਰਿਆ ਹੈ, ਉਹਦੀ ਬੋਲੀ ਸਿੱਖ। ਇਹ ਫਿੱਕੇ ਬੋਲ ਹਨ, ਉਹ ਬੋਲ ਫਿੱਕੇ ਜਿਨ੍ਹਾਂ ਦੇ ਵਿੱਚ ਕੋਈ ਤੱਤ ਦੀ ਗੱਲ ਨਹੀਂ ਹੈ। ਤੱਤ ਸਾਰ ਨਾ ਹੋਵੇ ਆਪਾਂ ਕਹਿ ਦਿੰਦੇ ਹਾਂ ਇਹ ਚੀਜ਼ ਫਿੱਕੀ ਹੈ। ਇਹ ਜਿੰਨੀਆਂ ਦੁਨੀਆ ਦੀਆਂ ਗੱਲਾਂ ਨੇ, ਦੁਨੀਆ ਦੇ ਪਦਾਰਥ ਨੇ, ਰੰਗ ਤਮਾਸ਼ੇ ਸਭ ਫਿੱਕੇ ਨੇ ਤੇ ਆਪਾਂ ਇਹਨਾਂ ਦਾ ਹੀ ਗੁਣਗਾਨ ਕਰਦੇ ਹਾਂ। ਇਸ ਕਰਕੇ ਸਾਡਾ ਤਨ ਵੀ ਫਿੱਕਾ ਤੇ ਮਨ ਵੀ ਫਿੱਕਾ। ਜਿੱਥੇ ਵੀ ਜਾਈਏ ਕਿਸੇ ਨੂੰ ਕੋਈ ਖੁਸ਼ੀ ਨਹੀਂ ਮਨੁੱਖ ਬਣਦਾ, ਕਿਉਂਕਿ ਮਨੁੱਖ ਆਪ ਫਿੱਕਾ ਹੋ ਚੁੱਕਾ ਹੈ। ਵਾਹਿਗੁਰੂ ਨੂੰ ਜੇ ਮਿਲਣਾ ਹੈ, ਉਹਦੀ ਕਲਾ ਨੂੰ ਸਮਝਣਾ ਹੈ ਤੇ ਉਹਦੀ ਬੋਲੀ ਸਿੱਖਣੀ ਪਵੇ। ਜਿਵੇਂ ਪਹਿਲਾਂ ਵੀ ਬੇਨਤੀ ਕੀਤੀ ਹੈ, ਜਿਸ ਕਿਸੇ ਬਾਹਰਲੇ ਮੁਲਕ ਵਿੱਚ ਆਪਾਂ ਜਾਣਾ ਹੈ ਜਾਂ ਜਿਸ ਤਰ੍ਹਾਂ ਦਾ ਵੀ ਮਨੁੱਖ ਕੋਈ ਕੰਮ ਕਰਦਾ ਹੈ, ਉਸ ਤਰ੍ਹਾਂ ਦੀ ਮਰਿਆਦਾ, ਉਸ ਤਰ੍ਹਾਂ ਦੀ ਬੋਲੀ ਉਹਨੂੰ ਸਿੱਖਣੀ ਪੈਂਦੀ ਹੈ। ਕੋਈ ਡਾਕਟਰਾਂ ਦੇ ਮਹਿਕਮੇ ਵਿੱਚ ਹੈ, ਉਸ ਤਰ੍ਹਾਂ ਦੀ ਬੋਲੀ ਬੋਲਦਾ। ਕੋਈ ਵਕੀਲਾਂ ਦੇ ਮਹਿਕਮੇ ਵਿੱਚ ਹੈ, ਉਹ ਵਕੀਲਾਂ ਵਾਲੀ ਬੋਲੀ ਬੋਲਦਾ ਹੈ। ਜ਼ਿਮੀਂਦਾਰ ਜ਼ਿਮੀਂਦਾਰਾਂ ਵਾਲੀ ਬੋਲੀ ਬੋਲਦਾ, ਉਸ ਤਰ੍ਹਾਂ ਦੀ ਬੋਲੀ ਸਿੱਖ ਜਾਂਦਾ ਉਹਨਾਂ ਵਿੱਚ ਰਹਿ ਕੇ। ਇਸੇ ਤਰ੍ਹਾਂ ਜੇ ਰੱਬ ਨੂੰ ਮਿਲਣਾ ਹੈ ਤੇ ਰੱਬ ਦੀ ਬੋਲੀ ਹੈ, ਉਹ ਮਹਾਰਾਜ ਨੇ ਜਪਜੀ ਸਾਹਿਬ ਵਿੱਚ ਦੱਸੀ ਹੈ, ਸਾਚਾ ਸਾਹਿਬ ਸਾਧ ਨਾਏ ਭਾਖਿਆ ਭਾਉ ਅਪਾਰ। ਉਹਦੀ ਹੈ ਪ੍ਰੇਮ ਦੀ ਬੋਲੀ। ਉਸ ਦੀ ਬੋਲੀ ਨੂੰ ਸਿੱਖਣਾ ਕਰ, ਭਾਵ ਪ੍ਰੇਮ ਨੂੰ ਧਾਰਨ ਕਰ ਤੇ ਉਹਦਾ ਨਾਮ ਜਪ, ਸਫਲ ਹੋ ਜਾਵੇਗਾ। ਪਰ ਜਿਹੜੇ ਮਨੁੱਖ ਬਾਹਰੋਂ ਤਾਂ ਮਿੱਠਾ ਬੋਲਦੇ ਨੇ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਦੁਨੀਆ ਵਿੱਚ ਬੜਾ ਉਹਨਾਂ ਦਾ ਵਿਸਤਾਰ ਹੁੰਦਾ ਵੀ ਇਹ ਬੰਦਾ ਬੜਾ ਧਰਮਾਤਮਾ ਹੈ, ਪਰ ਅੰਦਰੋਂ ਝੂਠੇ ਹੁੰਦੇ ਨੇ। ਰਸਨਾ ਤੋਂ ਮਿੱਠਾ ਜ਼ਰੂਰ ਬੋਲਦੇ ਨੇ। ਮਹਾਰਾਜ ਕਹਿੰਦੇ ਠੀਕ ਹੈ, ਤੂੰ ਪ੍ਰੇਮ ਨੂੰ, ਮਿਠਾਸ ਨੂੰ ਧਾਰਨ ਕਰਨਾ, ਪਰ ਉਹ ਬਾਹਰੋਂ ਹੀ ਨਾ ਧਾਰਨ ਕਰੀ ਜੇ, ਉਹ ਤੇਰੇ ਅੰਦਰ ਵੀ ਹੋਣੀ ਚਾਹੀਦੀ ਹੈ। ਜੇਕਰ ਬਾਹਰੋਂ ਇਕੱਲੀ ਮਿਠਾਸ ਧਾਰਨ ਕਰ ਲਵੇਂਗਾ ਤਾਂ ਵੀ ਗੱਲ ਨਹੀਂ ਬਣੇਗੀ, ਫਿਰ ਵੀ ਫੇਲ ਹੋ ਜਾਵੇਂਗਾ। ਇਸ ਕਰਕੇ ਸਾਹਿਬ ਕਹਿੰਦੇ ਤੇਰੇ ਆਪਣੇ ਹੱਥ ਦੇ ਵਿੱਚ ਹੈ, ਤੂੰ ਆਪਣੇ ਜੀਵਨ ਦਾ ਕਾਰਜ ਸਵਾਰਨਾ ਹੈ ਕਿ ਵਿਗਾੜਨਾ ਹੈ। ਰੱਬ ਵੱਲੋਂ ਤੇਰੇ ਨਾਲ ਕੋਈ ਫਰਕ ਨਹੀਂ ਰੱਖਿਆ ਗਿਆ। ਸਰੀਰ ਤੈਨੂੰ ਵੀ ਉਸ ਤਰ੍ਹਾਂ ਦਾ ਦਿੱਤਾ ਗਿਆ ਹੈ ਤੇ ਇਹ ਤੂੰ ਆਪ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੀ ਮੱਤ ਲੈ ਕੇ ਚੱਲ। ਤੇਰੇ ਇਹ ਜੀਵਨ ਦਾ ਕਾਰਜ ਜਿਹੜਾ ਹੈ ਸਵਰ ਜਾਵੇਗਾ, ਰਾਸ ਹੋ ਜਾਵੇਗਾ। ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ,
पौड़ी आपे ही करना कियो, कल आपे ही तय धारिए। वाहिगुरु परमात्मा ने आप ही ये सारा करना जो आकार किया है वो आप ही बनाया है। एक शब्द गुरबाणी में आपां कई बार आम करके सुनते हैं, करण कारण प्रभ एक है। ये शब्द कई बार आया है, करण कारण। कारण जिस तो सारी खेड़ बनती है, जिवें मिट्टी है, मिट्टी तो सारे भांडे बनते हैं, जे मिट्टी ना होवे भांडे नहीं बनणगे। मिट्टी कारण रूप है, पर मिट्टी अपने आप नहीं भांडे बन सकती, ਉਹਦੇ वास्ते घमियार चाहिए है। सोना है, सोना अपने आप गहने नहीं बन सकता, ਉਹਦੇ वास्ते सुनियारा चाहिए है। सोना अपने आप गहने नहीं बन सकता, पर महाराज सच्चे पातशाह कहते वाहिगुरु काढ़न रूप भी आप है तो करण वाला भी आप ही है, भांडे बनाने वाला भी आप है तो सारिਆਂ ਦੇ ਵਿੱਚ ही आप ही है। करण कारण प्रभ एक है। जिस वाहिगुरु परमात्मा ने सारा पसारा पसारिया है तो सारिਆਂ ਦੇ ਵਿੱਚ अपनी कल का भाव है, कला शक्ति अपनी सत्ता सारिਆਂ ਦੇ ਵਿੱਚ टकाई हुई है। आपे ही करना कियो, कल आपे ही तय धारी है। कल नाम इत्थे शक्ति का, वाहिगुरु की सत्ता का। उस वाहिगुरु परमात्मा निरंकार ने सारिਆਂ ਦੇ ਵਿੱਚ अस्तावर जंगम कीट पतंगम घट घट राम समाना रे। सब में जोत जोत है, सोए तिदे चानन सब में चानन होए, गुर साखी जोत प्रगट होए। सारिਆਂ ਦੇ ਵਿੱਚ ਉਹਨੇ कोई फर्क नहीं रखिया, चीटी ते कुंचर अस्तूला सब पर कृपा दृष्ट कर फूला। सारिਆਂ ਦੇ ਵਿੱਚ ਉਹਨੇ सत्ता अपनी बराबर रखी, भावें हाथी है तो भावें कीड़ी है। कीड़ी ये नहीं कह सकती वाहिगुरु निरंकार तू मेरे विच अपनी शक्ति घट रखी है, बिल्कुल बराबर रखी है, कोई फर्क नहीं। दसम पातशाह गुरु गोबिंद सिंह महाराज कहते जीवी जमान के विखै समस्त एक जोत है, ना घाट है ना बाढ़ है, ना घाट बाढ़ होत है, सारिਆਂ ਵਿੱਚ बराबर है। पर मनुख अपनियां गलतियां का दोष ये रब नूं दिंदा है। सुभाਅ है मनुख का, क्योंकि ਇਹਦਾ ਸੁਭਾਅ ਇਹ बन गया, ये अपने वाल नहीं वेखदा। जदों तक अपने वाल नहीं वेखदा दूजिਆਂ ਨੂੰ दोष देवेगा। ਤਾਂ ही तो बाबा फरीद जी कहते हैं, फरीदा जे तू अकल लतीफ काले लिखना लेख, आपनड़े गिरीवान में सिर नीवा कर देख। अपने वाल वेख, जदों तक आपां अपने वाल नहीं निगाह मारदे आपां दूजिਆਂ ते कमियां कढांगे। तो मनुख कमी कढ़दा कढ़दा कित्थे पहुँच गया, रब तक पहुँच गया। कहते रब विच भी ये कमी है, रब ने भी ये फर्क रखिया है। दद्दा दोष ना देऊ किसै, गुरमुख नूं समझ आ गई। वो कहता नहीं भाई किसी का भी दोष नहीं, दद्दा दोष ना देऊ किसै, दोष कर्मा अपनिया, जो मैं किया सो मैं पाया, दोष ना दीजै अवर जना। मनुख का सुभाਅ है, आपां देखो कल सावन के महीने की संगरांद सी ना, ये मनुख इन्हें दिन भी महीने भी चंगे माड़े कर दिते, अपने दोष नूं दूजिਆਂ ते थोप दिता भी ये दिन माड़ा जी, ये संगरांद माड़ी, ये महीना माड़ा है, ये कुछ माड़ा है। परमात्मा ने जो कुछ बनाया है सारा ठीक बनाया, उहदे विच जोत अपनी रखी है। कमी किते मनुख अपनी कमी नूं दूजिਆਂ ते थोप दिंदा है। जिवें एक आपां सहज सुभाਅ अपने जीवन दे विच ये गल है, आपां किते जांदे होई ना ते अपने रस्ते विच कोई रोड़ा वट्टा पिया होवे ते आपां कहंदे वट्टा मेरे पैर ते लग गया, अद्दे कहंदे आ ना।
ਤੇ ਜਾਂ ਕਿਤੇ ਕੋਈ ਕੰਡਾ, ਵੈਸੇ ਤਾਂ ਅੱਜ ਕੱਲ੍ਹ ਦਿਖਾਈ ਨਹੀਂ ਦਿੰਦੇ ਜੰਗਲਾਂ ਜੁੰਗਲਾਂ ਦੇ ਵਿੱਚ, ਪਹਾੜੀ ਥਾਵਾਂ 'ਤੇ ਇਸ ਤਰ੍ਹਾਂ ਜਿੱਥੇ ਕੰਡੇ ਹੁੰਦੇ ਨੇ, ਪਹਿਲਾਂ ਆਮ ਹੁੰਦੇ ਸੀ। ਤੇ ਪੈਰ ਧਰਿਆ ਜਾਣਾ ਤੇ ਆਪਾਂ ਕੀ ਕਹਿੰਦੇ ਸੀ ਵੀ ਕੰਡਾ ਮੇਰੇ ਪੈਰ ਵਿੱਚ ਚੁੱਭ ਗਿਆ ਹੈ। ਵੇਖ ਕੇ ਆਪ ਨਹੀਂ ਚੱਲ ਰਿਹਾ ਤੇ ਦੋਸ਼ ਰੋੜੇ ਨੂੰ ਦੇ ਦਿੱਤਾ, ਦੋਸ਼ ਕੰਡੇ ਨੂੰ ਦੇ ਦਿੱਤਾ ਵੀ ਉਹ ਮੇਰੇ ਪੈਰ ਵਿੱਚ ਆ ਕੇ ਵੱਜਾ, ਉਹ ਮੇਰੇ ਪੈਰ ਵਿੱਚ ਆ ਕੇ ਚੁੱਭ ਗਿਆ ਹੈ। ਦੋਸ਼ ਆਪਾਂ ਉਹਦੇ 'ਤੇ ਦਿੱਤਾ, ਵੇਖਿਆ ਤੇ ਆਪ ਨਹੀਂ ਥੱਲੇ ਧਿਆਨ ਤੇ ਆਪ ਨਹੀਂ ਦਿੱਤਾ, ਨਿਗਾਹ ਹੋਰ ਪਾਸੇ ਚੱਕੀ ਫਿਰਦਾ ਸੀ ਤੇ ਕਹਿੰਦਾ ਕੰਡਾ ਮੇਰੇ ਪੈਰ ਵਿੱਚ ਆ ਕੇ ਚੁੱਭ ਗਿਆ। ਹਾਂ, ਉਹ ਦੂਰੋਂ ਚੱਲ ਕੇ ਹੈ ਸਪੈਸ਼ਲ ਵੀ ਫਲਾਣਾ ਸਿੰਘ ਆ ਰਿਹਾ ਤੇ ਇਹਦੇ ਪੈਰ ਵਿੱਚ ਜਾ ਕੇ ਮੈਂ ਚੁੱਭਣਾ ਹੈ। ਵੱਟਾ ਆਪ ਜਾਣ ਕੇ ਰਸਤੇ ਵਿੱਚ ਆ ਵੀ ਉਹ ਬੰਦਾ ਆ ਰਿਹਾ, ਉਹਦੇ ਵੱਜਣਾ ਹੈ। ਭਾਵ ਆਪਣੀ ਕਮੀ, ਆਪਣਾ ਦੋਸ਼ ਉਹ ਨਹੀਂ ਦੇਖਣਾ, ਦੂਜੇ ਦੇ ਸਿਰ ਆਰੋਪਣ ਕਰ ਦੇਣਾ ਹੈ। ਤਾਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਕਿ ਵਾਹਿਗੁਰੂ ਪਰਮਾਤਮਾ ਨੇ ਸਾਰੀ ਖੇਡ ਆਪ ਹੀ ਰਚੀ ਸੰਸਾਰ ਦੀ, ਜੋ ਕੁਝ ਵੀ ਬਣਾਇਆ ਹੈ ਸਾਰਿਆਂ ਵਿੱਚ ਉਹਨੇ ਆਪਣੀ ਸੱਤਾ, ਕਲਾ, ਸ਼ਕਤੀ ਬਰਾਬਰ ਰੱਖੀ ਹੈ। ਦੇਖਿਆ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਤੇ ਮਤਾ ਤੂੰ ਸੋਚੇ ਵੀ ਜੋ ਕੁਝ ਮੈਂ ਕਰ ਰਿਹਾ ਇਹ ਵਾਹਿਗੁਰੂ ਵੇਖ ਨਹੀਂ ਰਿਹਾ, ਸਾਰਾ ਕੁਝ ਉਹ ਵੇਖ ਰਿਹਾ ਹੈ। ਭਾਵੇਂ ਚੰਗਾ ਕਰ ਭਾਵੇਂ ਮਾੜਾ ਕਰ, ਵਾਹਿਗੁਰੂ ਵੇਖ ਰਿਹਾ ਹੈ। ਜਿਵੇਂ ਚੌਪੜ ਦੀ ਖੇਡ ਖੇਡਣ ਵਾਲੇ ਖਿਡਾਰੀ ਉਹ ਵੇਖ ਰਹੇ ਹੁੰਦੇ ਨੇ ਕਿਹੜੀ ਨਾਰਦ ਹਾਰੇਗੀ ਕਿਹੜੀ ਜਿੱਤੇਗੀ, ਉਹਨਾਂ ਦਾ ਧਿਆਨ ਸਾਰਿਆਂ 'ਤੇ ਹੁੰਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਦੇਖਿਆ ਕੀਤਾ ਆਪਣਾ, ਧਰ ਕੱਚੀ ਪੱਕੀ ਸਾਰੀ ਹੈ। ਸਾਰੀ ਹੈ ਜਿੰਨੀਆਂ ਨਾਰਦਾਂ ਨੇ, ਕਿਹੜੀ ਕੱਚੀ ਹੈ ਕਿਹੜੀ ਪੱਕੀ, ਸਾਰਿਆਂ ਨੂੰ ਵਾਹਿਗੁਰੂ ਵੇਖ ਰਿਹਾ ਹੈ। ਸਾਰੇ ਜੀਵਾਂ ਵੱਲ ਵੇਖ ਰਿਹਾ ਵੀ ਕਿਹੜਾ ਜੀਵ ਕੀ ਕਰ ਰਿਹਾ ਹੈ, ਕੌਣ ਕੱਚਾ ਹੈ ਕੌਣ ਪੱਕਾ ਹੈ। ਆਪਣੇ ਵੱਲੋਂ ਤੇ ਆਪਾਂ ਸਾਰੇ ਪੱਕੇ ਹਾਂ, ਪਰ ਇਹ ਤੇ ਵਾਹਿਗੁਰੂ ਹੀ ਜਾਣਦਾ ਹੈ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ, ਤੇ ਉੱਥੇ ਜਾ ਕੇ ਪਤਾ ਲੱਗੇਗਾ ਵੀ ਕੌਣ ਕੱਚਾ ਹੈ ਕੌਣ ਪੱਕਾ ਹੈ। ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਸੰਸਾਰ ਦੇ ਵਿੱਚ ਜੋ ਵੀ ਆਇਆ ਹੈ ਉਹਨੇ ਇੱਕ ਦਿਨ ਜ਼ਰੂਰ ਚਲੇ ਜਾਣਾ। ਮਹਾਰਾਜ ਕਹਿੰਦੇ ਸੁਚੇਤ ਹੋ, ਆਪਣੇ ਜੀਵਨ ਨੂੰ ਸਫਲ ਕਰ। ਜੋ ਆਇਆ ਸੋ ਚੱਲਸੀ, ਸਭ ਕੋਈ ਆਈ ਵਾਰੀ ਹੈ। ਵੇਖੋ ਦੁਨੀਆ ਦੇ ਵਿੱਚ ਨਾ ਆਪਾਂ ਵੇਖਦੇ ਹਾਂ ਹਰ ਇੱਕ ਮੁਲਕ ਦੇ ਵਿੱਚ ਕਾਨੂੰਨ ਬਣਿਆ ਹੈ। ਬੱਚੇ ਨੇ ਪੜ੍ਹਾਈ ਕਰਨੀ ਸਕੂਲ ਵਿੱਚ, ਉਹਦੀ ਉਮਰ ਨਿਸ਼ਚਿਤ ਕੀਤੀ ਗਈ ਹੈ। ਇੰਨੀ ਉਮਰ ਦਾ ਬੱਚਾ ਹੀ ਸਕੂਲ ਜਾ ਸਕਦਾ, ਇਦੋਂ ਘੱਟ ਨਹੀਂ ਜਾ ਸਕਦਾ। 6 ਮਹੀਨਿਆਂ ਦਾ ਜੰਮਿਆ ਹੋਇਆ ਬੱਚਾ ਆਪਾਂ ਉਹਨੂੰ ਲੈ ਜਾਈਏ ਵੀ ਇਹ 6 ਮਹੀਨਿਆਂ ਦਾ ਹੋ ਗਿਆ ਹੈ, ਕੋਈ ਸਕੂਲ ਉਹਨੂੰ ਦਾਖਲ ਨਹੀਂ ਕਰੇਗਾ। ਫਿਰ ਨੌਕਰੀ ਕਰਨੀ ਹੈ, ਉਹਦੀ ਵੀ ਉਮਰ ਨਿਸ਼ਚਿਤ ਕੀਤੀ ਗਈ, ਇਦੋਂ ਘੱਟ ਉਮਰ ਦਾ ਬੰਦਾ ਇਸ ਪਦਵੀ 'ਤੇ ਨਹੀਂ ਬਹਿ ਸਕਦਾ। ਇੰਨੀ ਪੜ੍ਹਾਈ ਹੋਣੀ ਚਾਹੀਦੀ ਹੈ, ਹਰ ਇੱਕ ਚੀਜ਼ ਨਿਸ਼ਚਿਤ ਕਰ ਦਿੱਤੀ ਗਈ। ਪਰ ਇੱਥੇ ਇੱਕ ਇਹ ਵੀ ਬੇਨਤੀ ਹੈ, ਸਾਡੇ ਮੁਲਕ ਦਾ ਇਹ ਦੁਖਾਂਤ ਹੈ ਕਿ ਜਿਹੜੇ ਰਾਜੇ ਬਣਦੇ ਨੇ ਨਾ, ਮੰਤਰੀ ਪ੍ਰਧਾਨ ਮੰਤਰੀ, ਉਹਨਾਂ ਵਾਸਤੇ ਪਤਾ ਨਹੀਂ ਕਿਸ ਤਰ੍ਹਾਂ ਦਾ ਕਾਨੂੰਨ ਬਣਾਤਾ। ਉਹ ਮਰਨ ਨੂੰ ਵੀ ਕਾਹਲੇ ਨੇ ਪਰ ਅਜੇ ਵੀ ਗੱਦੀ 'ਤੇ ਬਹਿ ਸਕਦੇ ਨੇ। ਉਹਨਾਂ ਦੀ ਕੋਈ ਨਿਸ਼ਚਿਤ ਹੀ ਨਹੀਂ ਕੀਤੀ, ਉਹਨਾਂ ਵਾਸਤੇ ਨਹੀਂ ਕਾਨੂੰਨ ਬਣਾਇਆ। ਇੱਕ ਅਨਪੜ੍ਹ ਬੰਦਾ ਵੀ ਮੰਤਰੀ ਬਣ ਸਕਦਾ ਹੈ, ਅਤੇ ਇੱਥੇ ਸਾਡੇ ਮੁਲਕ ਵਿੱਚ ਇੱਦਾਂ ਹੁੰਦਾ ਹੈ। ਜਿਹੜੇ ਵੱਡੇ ਵੱਡੇ ਬੜੀਆਂ ਡਿਗਰੀਆਂ ਲੈ ਕੇ ਅਫਸਰ ਬਣੇ, ਉਹ ਜਿਹੜਾ ਕੋਈ 5-10 ਪੜ੍ਹ ਕੇ ਮੰਤਰੀ ਬਣ ਗਿਆ ਕਿਸੇ ਰਸੂਖ ਨਾਲ, ਉਹ ਡਿਗਰੀਆਂ ਵਾਲਾ ਜਾ ਕੇ ਉਹਨੂੰ ਸਲੂਟ ਮਾਰਦਾ ਇੱਕ ਘੱਟ ਪੜ੍ਹੇ ਹੋਏ ਨੂੰ। ਕੈਸਾ ਦੁਖਾਂਤ ਹੈ। ਇੱਥੇ ਦੇਖੋ ਇਹ ਕਾਨੂੰਨ ਬਣਾ ਦਿੱਤੇ, ਇੰਨੀ ਉਮਰ ਦਾ ਬੰਦਾ ਇੰਨੀ ਉਮਰ 'ਤੇ ਜਾ ਕੇ ਨੌਕਰੀ ਤੋਂ ਰਿਟਾਇਰ ਹੋ ਜਾਵੇਗਾ, ਉਹਦੀ ਵਾਰੀ ਆਵੇਗੀ। ਪਰ ਮਹਾਰਾਜ ਕਹਿੰਦੇ ਉਹ ਮੌਤ ਦੀ ਕੋਈ ਵਾਰੀ ਨਹੀਂ ਹੈ, ਮੌਤ ਦਾ ਕੋਈ ਸਮਾਂ ਨਿਸ਼ਚਿਤ ਨਹੀਂ ਕੀਤਾ ਗਿਆ। ਇਹ ਨਹੀਂ ਆਖ ਸਕਦੇ
ਵੀ ਇਹ ਬੱਚੇ ਦਾ ਜਨਮ ਹੋਇਆ, ਇਹਦੇ ਤੋਂ ਵੱਡਾ ਇਹਦਾ ਦਾਦਾ ਪੜਦਾਦਾ ਕੋਈ ਬੈਠਾ ਹੈ, ਬਜ਼ੁਰਗ ਬੈਠਾ ਹੈ, ਉਹ ਮਰੇਗਾ ਅਤੇ ਇਹਦੀ ਵਾਰੀ ਬਾਅਦ 'ਚ ਆਵੇਗੀ। ਆਪਾਂ ਵੇਖਦੇ ਹਾਂ ਬਜ਼ੁਰਗਾਂ ਦੇ ਹੁੰਦੇ ਆ ਉਹਨਾਂ ਦੇ ਪੁੱਤ ਚਲੇ ਜਾਂਦੇ ਨੇ, ਧੀਆਂ ਚਲੀਆਂ ਜਾਂਦੀਆਂ ਨੇ, ਹੋਰ ਸਾਗ ਸੰਬੰਧੀ ਛੋਟੀ ਉਮਰ ਦੇ, ਅਤੇ ਇੱਕ ਗੱਲ ਕਹਿੰਦੇ ਨੇ, ਹੇ ਰੱਬਾ ਇਹਨਾਂ ਨੂੰ ਕਿਉਂ ਲੈ ਗਿਆ, ਸਾਡੀ ਵਾਰੀ ਸੀ ਸਾਨੂੰ ਲੈ ਜਾਂਦਾ। ਪਰ ਮਹਾਰਾਜ ਕਹਿੰਦੇ ਨਹੀਂ ਭਾਈ, ਇਹ ਜਿਹਦੀ ਵਾਰੀ ਹੈ ਉਹਨੇ ਜਾਣਾ ਹੈ, ਕੋਈ ਕਿਸੇ ਦੀ ਵਾਰੀ ਨਹੀਂ ਲੈ ਸਕਦਾ। ਵਾਰੀ ਜੋ ਆਇਆ ਸੋ ਚਲਸੀ, ਸਭ ਕੋਈ ਆਈ ਵਾਰੀ ਹੈ। ਉਹ ਵਾਰੀ ਦਾ ਸਮਾਂ ਨਿਸ਼ਚਿਤ ਕੀਤਾ ਹੈ। ਕਈ ਜਨਮ ਗਰਭ ਹਿਰ ਖਿਰਿਆ, ਕਈ ਜਨਮ ਮਨੁੱਖ ਮਾਤ ਗਰਭ ਦੇ ਵਿੱਚ ਹੀ ਇਹਦੀ ਮੌਤ ਹੋ ਜਾਂਦੀ ਰਹੀ। ਉਹਨਾਂ ਕੁ ਸਮਾਂ ਮਿਲਿਆ ਸੀ, ਸਰੀਰ ਮਿਲਿਆ ਸੀ, 5 6 7 ਮਹੀਨੇ ਦਾ ਬੱਚਾ ਮਾਤ ਗਰਭ ਦੇ ਵਿੱਚ ਹੀ ਇੰਨਾ ਕੁ ਜੀਵਨ ਮਿਲਿਆ ਅਤੇ ਵਿੱਚ ਹੀ ਖਤਮ ਹੋ ਗਿਆ। ਕਈ ਵਾਰ ਜਨਮ ਲੈ ਕੇ ਬੱਚਾ ਮਰ ਜਾਂਦਾ, ਓਨੀ ਕੁ ਸਮਾਂ ਮਿਲੇ ਵਾਰੀ ਸੀ ਉਹਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਵਿਸਾਰੀ ਹੈ। ਬਸ ਤੂੰ ਧਿਆਨ ਨਿਸ਼ਾਨਾ ਆਪਣਾ ਉਸ ਵਾਹਿਗੁਰੂ ਵੱਲ ਰੱਖ। ਜੇਕਰ ਜੀਵਨ ਦੀ ਬਾਜੀ ਨੂੰ ਜਿੱਤਣਾ ਹੈ, ਜਿਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਹੈ, ਜਿੰਦ ਪ੍ਰਾਣ ਦਿੱਤੇ ਨੇ, ਜੀਓ ਪਿੰਡ ਸਭ ਤੇਰਾ, ਜਿਸ ਵਾਹਿਗੁਰੂ ਨੇ ਸਾਰਾ ਕੁਝ ਦੇਣਾ ਕੀਤਾ ਹੈ, ਮਹਾਰਾਜ ਕਹਿੰਦੇ ਉਸ ਮਾਲਕ ਨੂੰ ਕਿਉਂ ਮਨੋਂ ਵਿਸਾਰੀਏ, ਕਿਉਂ ਭੁੱਲੀਏ। ਜਿਸ ਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋਂ ਵਿਸਾਰੀਏ। ਜਿਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ ਹੈ। ਵੇਖੋ ਆਪਾਂ ਨੂੰ ਸੰਸਾਰਿਕ ਤੌਰ 'ਤੇ ਕੋਈ ਮਦਦ ਕਰੇ, ਆਪਾਂ ਸਾਰੀ ਉਮਰ ਨਹੀਂ ਭੁੱਲਦੇ ਵੀ ਇਹ ਬੰਦੇ ਨੇ ਮੇਰੀ ਮਦਦ ਕੀਤੀ ਔਖੇ ਟਾਈਮ 'ਤੇ, ਸੌਖੇ ਟਾਈਮ 'ਤੇ, ਉਸ ਸਮੇਂ ਦੇ ਵਿੱਚ ਮੇਰੀ ਮਦਦ ਕੀਤੀ, ਮੇਰਾ ਸਾਥ ਇੰਨਾ ਟਾਈਮ ਇਹਨੇ ਦਿੱਤਾ ਹੈ। ਭੁੱਲਦੇ ਨਹੀਂ ਨਾ, ਉਹਨੂੰ ਯਾਦ ਕਰਦੇ ਹਾਂ, ਜਿੱਥੇ ਮਿਲੇ ਉਹਦਾ ਧੰਨਵਾਦ ਕਰਦੇ ਹਾਂ, ਲੋਕਾਂ ਨੂੰ ਵੀ ਦੱਸਦੇ ਹਾਂ ਜੀ ਉਹ ਸਾਡਾ ਰਿਸ਼ਤੇਦਾਰ, ਉਹ ਮੇਰਾ ਮਿੱਤਰ ਪਿਆਰਾ, ਮੇਰੀ ਬੜੀ ਮਦਦ ਕਰਦਾ ਹੈ। ਬਲਕਿ ਹਰ ਇੱਕ ਕੰਮ ਵਿੱਚ ਆਪਾਂ ਹੋਰ ਕਿਸੇ ਨੂੰ ਬਾਅਦ ਵਿੱਚ ਯਾਦ ਕਰਦੇ ਹਾਂ, ਪਹਿਲਾਂ ਉਸ ਮਿੱਤਰ ਪਿਆਰੇ ਨੂੰ ਯਾਦ ਕਰਦੇ ਹਾਂ ਵੀ ਤੇਰੇ ਬਿਨਾਂ ਕੰਮ ਨਹੀਂ ਚੱਲਣਾ, ਇਹ ਮੇਰਾ ਕਾਰਜ ਹੈ, ਮੇਰਾ ਸਮਾਗਮ ਹੈ, ਤੂੰ ਜ਼ਰੂਰ ਆਉਣਾ ਹੈ। ਹੋਰ ਸਾਰੇ ਆ ਵੀ ਗਏ, ਹੁਣ ਉਹ ਲੇਟ ਹੋ ਜਾਵੇ, ਧਿਆਨ ਉੱਧਰ ਹੀ ਰਹਿੰਦਾ ਵੀ ਉਹ ਨਹੀਂ ਅਜੇ ਆਇਆ। ਕਿਉਂ ਜੀ? ਉਹਨੂੰ ਕਿਉਂ ਨਾ ਯਾਦ ਕੀਤਾ ਜਾ ਰਿਹਾ ਵੀ ਉਹ ਮੇਰੇ ਕੰਮ ਬੜੇ ਆਉਂਦਾ ਹੈ, ਮੇਰਾ ਸਾਥ ਬੜਾ ਦਿੰਦਾ ਹੈ, ਉਹਨੇ ਮੈਨੂੰ ਇਹ ਕੁਝ ਦਿੱਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਸ ਵਾਹਿਗੁਰੂ ਪਰਮਾਤਮਾ ਨੇ ਜਿੰਦ ਦਿੱਤੀ, ਜੀਵਨ ਦਿੱਤਾ, ਇਹ ਪ੍ਰਾਣ ਦਿੱਤੇ, ਸਾਰਾ ਕੁਝ ਦਿੱਤਾ, ਉਹ ਤੈਨੂੰ ਯਾਦ ਹੀ ਨਹੀਂ ਆਉਂਦਾ। ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਦੀਆ। ਮਹਾਰਾਜ ਕਹਿੰਦੇ, ਇਸ ਵਾਹਿਗੁਰੂ ਨੇ ਸਾਰਾ ਕੁਝ ਦਿੱਤਾ, ਉਹ ਯਾਦ ਹੀ ਨਹੀਂ ਆਉਂਦਾ। ਕਦੀ ਉਡੀਕਿਆ ਹੈ ਇਸ ਭਾਵਨਾ ਨਾਲ ਕਿ ਉਹ ਮੇਰਾ ਮਾਲਕ ਮੇਰੇ ਘਰ ਵਿੱਚ ਨਹੀਂ ਆਇਆ, ਇੰਨਾ ਸਮਾਂ ਹੋ ਗਿਆ ਜੀਵਨ ਮਿਲਿਆ ਨੂੰ, ਜਿਸ ਨੇ ਮੈਨੂੰ ਸਾਰਾ ਕੁਝ ਦਿੱਤਾ ਹੈ ਉਹ ਮੇਰੇ ਕੋਲ ਆਇਆ ਹੀ ਨਹੀਂ ਹੈ। ਪਾਤਸ਼ਾਹ ਕਹਿੰਦੇ, ਜਿਸ ਕੇ ਜੀ ਪ੍ਰਾਣ ਹੈ ਕਿਉ ਸਾਹਿਬ ਮਨੋਂ ਵਿਸਾਰੀਐ। ਜਿਸ ਵਾਹਿਗੁਰੂ ਨੇ ਜਿੰਦ ਦਿੱਤੀ, ਪ੍ਰਾਣ ਜੀਵਾਤਮਾ ਸਾਡੀ ਸਿਰਜਣਾ ਕੀਤੀ, ਉਸ ਮਾਲਕ ਨੂੰ ਮਨੋਂ ਕਿਉਂ ਵਿਸਾਰੀਏ। ਭਾਵ ਕਦਾ ਚਿੱਤ ਵੀ ਵਿਸਾਰਨਾ ਨਹੀਂ ਚਾਹੀਦਾ, ਅਰਦਾਸ ਕਰਨੀ ਚਾਹੀਦੀ ਹੈ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸ੍ਰੀ ਰਾਗ ਦੇ ਵਿੱਚ ਜਿਹੜਾ ਪਹਿਲਾ ਸ਼ਬਦ ਆਇਆ ਨਾ, ਉੱਥੇ ਮਹਾਰਾਜ ਨੇ ਸਾਨੂੰ ਅਰਦਾਸ ਕਰਨ ਦਾ ਢੰਗ ਦੱਸਿਆ ਹੈ। ਇਹ ਪਦਾਰਥਾਂ ਨੂੰ ਵੇਖ ਕੇ ਤੂੰ ਰੱਬ ਨੂੰ ਭੁੱਲ ਗਿਆ ਹੈ, ਯਾਦ ਰੱਖ ਇਹ ਸਾਥ ਨਹੀਂ ਦੇਣਗੇ। ਅਰਦਾਸ ਕਰਿਆ ਕਰ, ਮਾਲਕ ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨਾ ਆਵੈ ਨਾਉ। ਹੇ ਵਾਹਿਗੁਰੂ, ਮਤਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਤੈਨੂੰ ਭੁੱਲ ਜਾਵਾਂ, ਮੈਨੂੰ ਭੁੱਲੇ ਹੋਏ ਨੂੰ ਤੇਰਾ ਨਾਮ ਚੇਤੇ ਨਹੀਂ ਆਵੇਗਾ। ਤੂੰ ਕਿਰਪਾ ਰੱਖ, ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਭੁੱਲ ਨਾ ਜਾਵਾਂ ਤੈਨੂੰ। ਹਰ ਬਿਨ ਜੀਓ ਜਲ ਬਲ ਜਾਓ। ਪੁੱਛਿਆ ਜੀ ਕਿਉਂ?
ਪਤਾ ਲੱਗ ਗਿਆ ਰੱਬ ਤੋਂ ਬਿਨਾਂ ਤੇ ਜੀਵ ਆਤਮਾ ਸੜਦੀ ਬਲਦੀ ਹਰ ਸਮੇਂ। ਬੜੇ ਤੁਸੀਂ ਵੇਖੇ ਹੋਣੇ ਨੇ ਕਰੋੜਾਂ ਪਤੀ ਅਰਬਾਂ ਪਤੀ, ਬੜੇ ਬੜੇ ਵੱਡੇ ਘਰ, ਪਦਾਰਥ ਬੜਾ, ਪਰ ਹਰ ਸਮੇਂ ਦੁਖੀ ਨੇ, ਸੜਦੇ ਬਲਦੇ ਪਏ ਨੇ ਹਰ ਸਮੇਂ। ਆਤਮਾ ਦੁਖੀ ਹੋ ਰਹੀ ਕਿਉਂ? ਕਿਉਂਕਿ ਉਹ ਮਾਲਕ ਘਰ ਵਿੱਚ ਨਹੀਂ ਆਇਆ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਉ। ਮੈਂ ਆਪਣੇ ਗੁਰੂ ਨੂੰ ਪੁੱਛਿਆ, ਮਹਾਰਾਜ ਇਹ ਜਿਹੜੀ ਆਤਮਾ ਸੜ ਰਹੀ ਹੈ, ਬਲ ਰਹੀ ਹੈ, ਦੁਖੀ ਹੋ ਰਹੀ ਹੈ, ਇਹਦਾ ਕੀ ਉਪਾਅ ਹੈ? ਤੇ ਗੁਰੂ ਪਾਤਸ਼ਾਹ ਕਹਿੰਦੇ ਬਸ ਰੱਬ ਨਾਲ ਜੁੜ ਜਾ, ਹੋਰ ਕੋਈ ਤਰੀਕਾ ਨਹੀਂ ਹੈ। ਕੇਵਲ ਇੱਕੋ ਤਰੀਕਾ ਹੈ ਇਸ ਅੱਗ ਤੋਂ ਬਚਣ ਦਾ, ਇਹਨਾਂ ਦੁੱਖਾਂ ਤੋਂ ਬਚਣ ਦਾ, ਉਹ ਹੈ ਪਰਮੇਸ਼ਵਰ ਦਾ ਨਾਮ। ਕਲ ਤਾਤੀ ਠਾਂਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਓ। ਹੋਰ ਕੋਈ ਤੈਨੂੰ ਨਾਮ ਤੋਂ ਬਿਨਾਂ ਹੋਰ ਕੋਈ ਨਹੀਂ ਬਚਾ ਸਕਦਾ। ਬਲਕਿ ਗੁਰਬਾਣੀ ਤਾਂ ਕਹਿੰਦੀ ਹੈ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿੱਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਨਾਮ ਜਪਿਆ ਕਰ, ਸਿਮਰਨ ਕਰਿਆ ਕਰ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਤੇ ਇਹ ਤੈਨੂੰ ਆਪ ਕਰਨਾ ਪਵੇਗਾ। ਆਪਣਾ ਕਾਰਜ ਆਪ ਹੀ ਕਰਨਾ ਪਵੇਗਾ। ਜਿਵੇਂ ਕੋਈ ਪੜ੍ਹ ਲਿਖ ਕੇ ਟੀਚਰ ਬਣਿਆ, ਆਪ ਬਣਿਆ ਹੈ। ਇਹ ਤੇ ਨਹੀਂ ਵੀ ਪੜ੍ਹਾਈ ਕਿਸੇ ਹੋਰ ਨੇ ਕੀਤੀ, ਟੀਚਰ ਕੋਈ ਹੋਰ ਬਣ ਗਿਆ। ਇਹ ਤੇ ਨਹੀਂ ਵੀ ਕੋਰਸ ਕਿਸੇ ਹੋਰ ਨੇ ਕੀਤਾ, ਡਾਕਟਰ ਕੋਈ ਹੋਰ ਬਣ ਗਿਆ। ਇੱਦਾਂ ਨਹੀਂ ਨਾ ਹੁੰਦਾ। ਤੇ ਇੱਥੇ ਵੀ ਰੱਬ ਦੇ ਮਾਰਗ ਵਿੱਚ ਵੀ ਇਹੀ ਹੈ, ਬੰਦਗੀ ਕੋਈ ਹੋਰ ਕਰੇ ਤੇ ਬ੍ਰਹਮ ਗਿਆਨੀ ਤੂੰ ਨਹੀਂ ਬਣ ਜਾਣਾ। ਇਹ ਵੀ ਤੈਨੂੰ ਆਪ ਹੀ ਕਰਨਾ ਪੈਣਾ। ਮਹਾਰਾਜ ਕਹਿੰਦੇ ਆਪ ਬਾਣੀ ਪੜ੍ਹ। ਸਾਡਾ ਬੜਾ ਸੋਹਣਾ ਧਰਮ ਮਹਾਰਾਜ ਨੇ ਬਖਸ਼ਿਆ, ਪਰ ਅਸੀਂ ਵੀ ਕਰਮ ਕਾਂਡੀ ਬਣ ਗਏ। ਆਪਾਂ ਵੀ ਵੇਖੋ ਅਖੰਡ ਪਾਠ ਕਰਾਉਣ ਵਿੱਚ ਬਹੁਤਾ ਲੋਕੀ ਵਿਸ਼ਵਾਸ ਰੱਖਣ ਲੱਗ ਪਏ, ਸਹਿਜ ਪਾਠ ਕਰਨ ਵਿੱਚ ਕਰਾਉਣ ਵਿੱਚ ਬਹੁਤਾ ਵਿਸ਼ਵਾਸ ਰੱਖਣ ਲੱਗ ਪਏ। ਆਪਾਂ ਵੀ ਤੇ ਉਹ ਪੁਜਾਰੀਵਾਦ ਵਾਲੀ ਤੁਰ ਪਏ ਹਾਂ ਵੀ ਚਲੋ ਕਰਾ ਲਓ, ਆਪ ਬੈਠ ਕੇ ਸੁਣਨਾ ਵੀ ਨਹੀਂ ਹੈ। ਮਹਾਰਾਜ ਨੇ ਕਦਾਚਿਤ ਸਾਨੂੰ ਇਸ ਪਾਸੇ ਨਹੀਂ ਸੀ ਲਾਇਆ ਵੀ ਤੁਸੀਂ ਆਪ ਕਰੋ, ਆਪ ਬਾਣੀ ਪੜ੍ਹੋ, ਆਪ ਨਾਮ ਜਪੋ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਇਹ ਤੇਰਾ ਜੀਵਨ ਦਾ ਕਾਰਜ, ਰੱਬ ਨੂੰ ਮਿਲਣ ਵਾਲਾ ਕਾਰਜ, ਇਹ ਤੈਨੂੰ ਆਪ ਹੀ ਸਵਾਰਨਾ ਪਵੇਗਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਆਪ ਕਾਰਜ ਕਰ, ਆਪ ਬਾਣੀ ਪੜ੍ਹ, ਆਪ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਫਿਰ ਭਲਾ ਹੋਵੇਗਾ। ਸਤਿਗੁਰੂ ਜੀ ਮੈਂ ਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਵਚਨਾਂ ਨੂੰ ਕਮਾਈਏ, ਗੁਰਮੁਖੋ ਯਤਨ ਕਰੀਏ, ਵੱਧ ਤੋਂ ਵੱਧ ਆਪ ਬਾਣੀ ਪੜ੍ਹੀਏ, ਨਾਮ ਜਪੀਏ। ਜੇ ਆਪਾਂ ਪੜ੍ਹ ਨਹੀਂ ਸਕਦੇ ਤੇ ਜੇ ਪਾਠ ਕਰਾਉਣਾ ਤੇ ਬੈਠ ਕੇ ਸੁਣੋ। ਫਿਰ ਆਪਣੇ ਵਿੱਚ ਹੋਰ ਵੀ ਬੜੀਆਂ ਗੱਲਾਂ ਚੱਲ ਗਈਆਂ। ਆਪਾਂ ਸਹਿਜ ਪਾਠ ਰੱਖਦੇ ਹਾਂ ਨਾ, ਕਹਿੰਦੇ ਜੀ 7 ਦਿਨਾਂ ਵਾਲਾ ਕਰਨਾ ਹੈ। ਸਹਿਜ ਪਾਠ ਦਾ ਭਾਵ ਕੀ? ਸਹਿਜ ਵਿੱਚ ਕਰਨਾ ਹੈ। ਪਰ ਆਪਾਂ ਤੇ ਉੱਥੇ ਵੀ ਕਰਮ ਕਾਂਡ ਲਿਆ ਕੇ ਫਸਾਤਾ। ਨਹੀਂ ਜੀ, 7 ਦਿਨਾਂ ਵਿੱਚ ਹੀ ਕਰਨਾ, 8ਵਾਂ ਦਿਨ ਦੇ ਲੱਗਣ ਨਹੀਂ ਦੇਣਾ। ਤੇ ਪਾਠ ਭਾਵੇਂ ਕਿੰਨੀ ਮਰਜ਼ੀ ਸਪੀਡ ਵਿੱਚ ਹੋ ਜਾਵੇ। ਸਹਿਜ ਦਾ ਭਾਵ ਕੀ? ਸਹਿਜ ਨਾਲ ਭਾਵੇਂ 10 ਦਿਨ ਲੱਗ ਜਾਣ, 20 ਦਿਨ ਲੱਗ ਜਾਣ, ਮਹੀਨਾ ਲੱਗ ਜੇ, ਅਸੀਂ ਸੁਣਨਾ ਹੈ ਪਾਠ। ਭਾਈ ਸਾਹਿਬ ਸਮੇਂ ਦੀ ਕੋਈ ਬੰਦਤ ਸਾਨੂੰ ਪਾਠ ਸੁਣਾਓ, ਬਾਣੀ ਸੁਣਾਓ ਸਹਿਜ ਦੇ ਨਾਲ। ਜਦੋਂ ਆਪਾਂ ਸਮਾਂ ਨਿਸ਼ਚਿਤ ਕਰਤਾ, ਫਿਰ ਉਹ ਸਮੇਂ ਦੇ ਵਿੱਚ ਤੇ ਉਸੇ ਹਿਸਾਬ ਨਾਲ ਫਿਰ ਪਾਠ ਹੋਣਾ ਹੈ। ਇਸ ਕਰਕੇ ਮਨ ਮਤ ਨੂੰ ਛੱਡੀਏ। ਜੇ ਆਪਾਂ ਬਾਣੀ ਤੋਂ ਕੁਝ ਲਾਭ ਲੈਣਾ ਹੈ, ਇੱਕ ਵੀ ਪਾਠ ਤੁਸੀਂ ਜ਼ਿੰਦਗੀ ਵਿੱਚ ਸੁਣ ਲਿਆ ਨਾ ਪੂਰਾ ਭਾਵਨਾ ਨਾਲ, ਤੇ ਪਾਰ ਉਤਾਰਾ ਹੋ ਜਾਵੇਗਾ। ਸ਼ਰਧਾ ਨਾਲ ਕਰਾਈਏ ਵੀ ਅਸੀਂ ਸੁਣਨਾ ਹੈ, ਤੁਸੀਂ ਸੁਣਾਉਣਾ ਹੈ, ਸੇਵਾ ਦੇਵਾਂਗੇ ਤੁਹਾਨੂੰ ਖੁਸ਼ ਹੋ ਕੇ, ਪਰ ਪਾਠ ਸਾਨੂੰ ਸੁਣਾਓ ਖੁਸ਼ ਹੋ ਕੇ। ਸਮਾਂ ਜਿੰਨਾ ਮਰਜ਼ੀ ਲੱਗ ਜਾਵੇ, ਪਰ ਇੱਥੇ ਆਪਾਂ ਪੁਜਾਰੀਵਾਦ ਹੀ ਵਾੜਤਾ, 9 ਦਿਨਾਂ ਵਿੱਚ ਕਰਨਾ, ਇਦੋਂ ਬਾਅਦ ਨਹੀਂ ਲਾਣਾ ਟਾਈਮ ਜੀ। ਤੇ ਕਰਨ ਵਾਲਾ ਵੀ ਕਰਕੇ ਚਲਾ ਗਿਆ ਤੇ ਆਪਾਂ ਸੁਣਿਆ ਨਹੀਂ, ਫਿਰ ਕਿਵੇਂ ਗੱਲ ਬਣੇਗੀ? ਤਾਂ ਮਹਾਰਾਜ ਕਹਿੰਦੇ ਭਾਈ ਯਤਨ ਕਰੋ, ਆਪ ਬਾਣੀ ਪੜ੍ਹੋ, ਵੱਧ ਤੋਂ ਵੱਧ ਆਪ ਪੜ੍ਹੋ। ਤੇ ਜੇ ਨਹੀਂ ਪੜ੍ਹ ਸਕਦੇ ਫਿਰ ਬੈਠ ਕੇ ਸੁਣੋ,
ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਇਹ ਨਹੀਂ ਵੀ ਬਾਣੀ ਕੋਈ ਹੋਰ ਸੁਣੇਗਾ ਤੇ ਫਲ ਤੈਨੂੰ ਮਿਲ ਜਾਵੇਗਾ। ਆਪਣਾ ਕਾਰਜ ਆਪ ਹੀ ਸਵਾਰਨਾ ਪਵੇਗਾ। ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾਈਏ, ਅੰਮ੍ਰਿਤ ਵੇਲਾ ਸੰਭਾਲੀਏ, ਬਾਣੀ ਬਾਣੇ ਦੇ ਧਾਰਨੀ ਹੋਈਏ। ਸਤਿਗੁਰੂ ਮੈਂ ਰਾਮਤ ਕਰਨ, ਪਖੰਡਵਾਦ ਵਿੱਚੋਂ ਬਾਹਰ ਨਿਕਲੀਏ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।